ਵਾਹਿਗੁਰੂ ਜੀ सतगुरु नानक प्रगटया मिट्टी तुंद जग चानन मिट्टी तुंद जग चानन हो मिट्टी तुंद जग चानन हो गड़ी बगदा गाड़ी बगदाद निवाए के मक्का मदीना सबे निवाया सिद्ध 84 मंडली खट दर्शन पाखंड जनाया पया आनंद जगत विच कल तारन गुरु नानक आया हिंदू हिंदू मुसलमान निवाया आनंद गुणी निधान गुरु गरीब निवाज गरीब निवाज। धन धन साहिब श्री गुरु नानक देव जी महाराज सतगुरां दे पावन प्रकाश पुरब नूं समर्पित अज असीं सारे सतगुरां दे चरनां अंदर हाजरियां भर रहे हां। आओ यतन करिए जिन्ना क समां सतगुरु जी बख्शिश करदे ने अपना मन सतगुरां दे चरनां दे विच एकागर करके शब्द दे विच सुरत टका के सारे रल के सतगुरां दे पावन चरनां दे विच हाजरियां लवाइए। सारे रल के सतगुरां दी पावन गुरबाणी दा आनंद लाहा प्राप्त करिए। आओ वाहिगुरु गुरु मंत्र दे नाल जुड़ना करिए, नाल नाल सतगुरां दे जीवन दे पावन शब्द सारे रल के गायन करांगे। आओ वाहिगुरु गुरु मंत्र नाल जुड़ना करिए जी। वाहिगुरु 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 वाहिगुरु
ਵਾਹਿਗੁਰੂ 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 ਜਪ ਲੋ ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪ ਲੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪ ਲੋ ਵਾਹਿਗੁਰੂ 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 ਜਪ ਲੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪ ਜਪ ਵਾਹਿਗੁਰੂ 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 ਜਪ ਜਪ ਵਾਹਿਗੁਰੂ ਵਾਹਿਗੁਰੂ ਜਪ ਜਪ ਵਾਹਿਗੁਰੂ ਵਾਹਿਗੁਰੂ ਜਪ ਜਪ ਵਾਹਿਗੁਰੂ ਵਾਹਿਗੁਰੂ ਜਪ ਜਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਓ ਇੱਕ ਵਾਰੀ ਸਾਰੇ ਆਪਣੀ ਰਸਨਾ ਨੂੰ ਪਵਿੱਤਰ ਕਰੀਏ, ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ, ਕੋਈ ਵੀ ਰਸਨਾ ਮੰਜੀ ਨਾ ਰਵੇ। ਵਾਹਿਗੁਰੂ 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 ਗੁਰੂ ਮੰਤਰ ਹੈ ਜਪ ਹਉਮੈ ਕੋਈ। ਜਦੋਂ ਸਤਿਗੁਰਾਂ ਦਾ ਪਾਵਨ ਸਿਮਰਨ ਸਾਡੀ ਰਸਨਾ ਦੇ ਉੱਪਰ ਆ ਜਾਂਦਾ ਹੈ, ਸਾਡੀ ਰਸਨਾ ਪਵਿੱਤਰ ਹੋ ਜਾਂਦੀ ਹੈ, ਸਾਡੇ ਕੰਨ ਪਵਿੱਤਰ ਹੋ ਜਾਂਦੇ ਨੇ, ਸਾਡਾ ਮਨ ਪਵਿੱਤਰ ਹੋ ਜਾਂਦਾ ਹੈ। ਕਦੋਂ? ਜਦੋਂ ਸਤਿਗੁਰਾਂ ਦਾ ਗੁਰਮੰਤਰ ਸਾਡੇ ਜੀਵਨ ਦੇ ਵਿੱਚ ਸਾਡੀ ਰਸਨਾ ਦੇ ਉੱਪਰ ਆ ਜਾਵੇ। ਸੋ ਆਓ ਸ਼ਬਦ ਸਰਵਣ ਕਰਾਂਗੇ। ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ, 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 ਗੁਰੂ ਨਾਨਕ ਆਇਆ। ਕਲ ਕਾਰਣ ਗੁਰੂ ਨਾਨਕ ਆਇਆ, ਕਲ ਕਾਰਣ ਗੁਰੂ ਨਾਨਕ ਆਇਆ। ਜਪ ਲੋ ਨਾਨਕ ਆਇਆ, ਗੁਰੂ ਨਾਨਕ ਆਇਆ, ਨਾਨਕ ਆਇਆ, ਗੁਰੂ ਨਾਨਕ ਆਇਆ,
निरंकार दातार प्रभ गुरु नानक जग माहि पठाया गुरु नानक जग माहि पठाया चरण तोए रह रास कर जप लो चरण तोए रह रास कर चरणामृत गुर सिखा पिलाया चरणामृत सिखा पिलाया गुरु नानक आया गुरु नानक आया जप लो नानक आया गुरु नानक आया कल तारण गुरु नानक आया कल तारण गुरु नानक आया पार ब्रह्म पूरन ब्रह्म पार ब्रह्म पूरन ब्रह्म कल युग अंदर एक दिखाया कल युग अंदर एक दिखाया चारे पैर करम दे जप लो चारे पैर तरम दे चार वरण एक वरण कराया चार वरण एक वरण कराया गुरु नानक आया गुरु नानक आया जप लो गुरु नानक आया गुरु नानक आया कल तारण गुरु नानक आया कल तारण गुरु नानक आया राणा रंग बराबरी राणा रंग बराबरी राणा रंग बराबरी पैरी पवना
ਕਲ ਤਾਰਨ ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਆਇਆ। ਐਸਾ ਗੁਰੂ, ਐਸਾ ਪੀਰ ਜਿਹੜਾ ਇਸ ਸੰਸਾਰ ਦੇ ਵਿੱਚ ਜਦੋਂ ਆਇਆ ਉਸ ਦਾ ਜਨਮ ਹੋਇਆ, ਅਵਤਾਰ ਹੋਇਆ। ਸਾਰਿਆਂ ਨੂੰ ਇੱਕ ਸਮਾਨ, ਇੱਕ ਜੋਤ ਦੇ ਨਾਲ ਵੇਖਣ ਵਾਲਾ, ਸਭ ਨੂੰ ਇੱਕ ਨਜ਼ਰ ਦੇ ਨਾਲ ਰੱਖਣ ਵਾਲਾ ਐਸਾ ਗੁਰੂ ਪਰਮਾਤਮਾ ਧੰਨ ਗੁਰੂ ਨਾਨਕ ਜਦੋਂ ਇਸ ਸੰਸਾਰ ਦੇ ਵਿੱਚ ਅਵਤਾਰ ਲਿਆ। ਹਰ ਇੱਕ ਧਰਮ ਦੇ ਲੋਕ ਉਸ ਗੁਰੂ ਦਾ ਸਤਿਕਾਰ ਕਰਦੇ ਨੇ। ਐਸਾ ਗੁਰੂ ਜਿਸ ਨਗਰ, ਜਿਸ ਦੇਸ਼ ਜਿੱਥੇ ਵੀ ਗਿਆ, ਉੱਥੇ ਜਾ ਕੇ ਉਸ ਨਗਰ ਨੂੰ, ਉਸ ਦੇਸ਼ ਨੂੰ ਗੁਰਸਿੱਖੀ ਦੇ ਨਾਲ ਜੋੜ ਦਿੱਤਾ, ਉਸ ਸੱਚ ਦੇ ਨਾਲ ਜੋੜ ਦਿੱਤਾ। ਐਸੇ ਗੁਰੂ ਦਾ ਅੱਜ ਅਵਤਾਰ ਪੁਰਬ ਮਨਾ ਰਹੇ ਹਾਂ। ਆਓ ਸਾਰੇ ਯਤਨ ਕਰੀਏ, ਆਪਣਾ ਮਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੌਂਪ ਕੇ ਯਤਨ ਕਰੀਏ ਕਿ ਧੰਨ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਅੱਜ ਸਾਡੀ ਝੋਲੀ ਪੈ ਜਾਣ। ਆਓ ਸਾਰੇ ਰਲ ਕੇ ਪਾਵਨ ਹਾਜ਼ਰੀਆਂ ਲਵਾਈਏ, ਕੋਈ ਵੀ ਰਸਨਾ ਮਾਂਝੀ ਨਾ ਰਵੇ। ਰਾਣਾ ਰੰਗ ਬਰਾਬਰੀ ਨਾਨਕ ਆਇਆ, ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਬਾਬੇ ਤਾਰਿਆ, ਕਲਯੁਗ ਬਾਬੇ ਤਾਰਿਆ, ਸਤਿਨਾਮ ਪੜ੍ਹ ਮੰਤਰ ਸੁਣਾਇਆ, ਸਤਿਨਾਮ ਪੜ੍ਹ ਮੰਤਰ ਸੁਣਾਇਆ। ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ,
ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਇੱਕ ਵਾਰੀ ਆਓ ਸਾਰੇ ਰਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਾਰਿਆਂ ਨੇ ਰਲ ਕੇ ਜਪਣਾ ਕਰਨਾ। ਨਾਨਕ ਆਇਆ, ਗੁਰੂ ਨਾਨਕ ਆਇਆ, ਜਪ ਲੋ ਗੁਰੂ ਨਾਨਕ। ਵਾਹ ਜੀ ਵਾਹ, ਵਾਹ ਜੀ। ਗੱਜ ਕੇ ਗੁਰੂ ਨਾਨਕ ਆਇਆ, ਗੁਰੂ ਨਾਨਕ ਆਇਆ, ਜਪ ਲੋ। ਵਾਹ ਜੀ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਐਸਾ ਸਤਿਗੁਰੂ, ਐਸਾ ਪੀਰ, ਐਸਾ ਪੈਗੰਬਰ। ਆਓ ਸਤਿਗੁਰਾਂ ਦਾ ਪਾਵਨ ਸ਼ਬਦ ਸਰਵਣ ਕਰੀਏ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸਾਰੇ ਯਤਨ ਕਰਿਆ ਕਰੀਏ, ਨਾਲ ਸਤਿਗੁਰਾਂ ਦਾ ਕੀਰਤਨ ਕਰੀਏ। ਜਦੋਂ ਸਾਡੀ ਰਸਨਾ ਤੋਂ ਸਤਿਗੁਰ ਦਾ ਸ਼ਬਦ ਉਚਾਰਨ ਹੁੰਦਾ ਹੈ ਨਾ, ਫਿਰ ਇੰਜ ਮਹਿਸੂਸ ਹੁੰਦਾ ਹੈ ਕਿ ਸਤਿਗੁਰ ਸਾਡੇ ਕੋਲ ਬਹਿ ਕੇ ਸਾਡੀ ਗੱਲ ਸੁਣ ਰਹੇ ਨੇ। ਅਸੀਂ ਸਤਿਗੁਰ ਨੂੰ ਆਪਣੀ ਗੱਲ, ਆਪਣੀ ਬਾਤ ਸਤਿਗੁਰੂ ਨਾਲ ਦੱਸ ਰਹੇ ਹਾਂ। ਐਸਾ ਮਹਿਸੂਸ ਹੁੰਦਾ ਹੈ ਕਦੋਂ? ਜਦੋਂ ਸਤਿਗੁਰ ਦਾ ਸ਼ਬਦ ਅਸੀਂ ਸਾਰੇ ਰਲ ਕੇ ਉਚਾਰਨ ਕਰਦੇ ਹਾਂ। ਆਓ ਯਤਨ ਕਰੀਏ, ਸਾਰੇ ਹਾਜ਼ਰੀਆਂ ਲਵਾਈਏ, ਸ਼ਬਦ ਉਚਾਰਨ ਕਰੀਏ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨ। ਇੱਕ ਬਾਬਾ ਦੂਜਾ ਰਬਾਬੀ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ। ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ।
बाबा अकाल रूप, एक बाबा अकाल रूप, दूजा रबाबी मर्दाना, हाँ दूजा रबाबी मर्दाना। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ, ਸੁਨ ਸਮਾਨ ਹੋਆ ਜਹਾਨਾ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ, ਸੁਨ ਸਮਾਨ ਹੋਆ ਜਹਾਨਾ। ਸੁਨ ਮਨ ਨਗਰੀ ਪਈ, ਦੇਖ ਪੀਰ ਪਿਆ ਹੈਰਾਨਾ, ਦੇਖ ਪੀਰ ਪਿਆ ਹੈਰਾਨਾ, ਦੇਖ ਪੀਰ ਪਿਆ ਹੈਰਾਨਾ, देख पीर पया हैराना। एक बाबा अकाल रूप, एक बाबा अकाल रूप, दूजा रबाबी मर्दाना, हाँ दूजा रबाबी मर्दाना। ਵੇਖੇ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ, ਇੱਕ ਫਕੀਰ ਵੱਡਾ ਮਸਤਾਨਾ। वेखे ध्यान लगाए कर, एक फकीर बड़ा मस्ताना। एक फकीर बड़ा मस्ताना। ਧੰਨ ਸਤਿਗੁਰੂ ਨਾਨਕ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਜਦੋਂ ਸਤਿਗੁਰ ਬਗਦਾਦ ਦੀ ਧਰਤੀ 'ਤੇ ਜਾ ਰਹੇ ਸਨ, ਉਸ ਦੀਆਂ ਕੁਝ ਪੰਕਤੀਆਂ ਗੁਰਬਾਣੀ ਦੇ ਵਿੱਚ, ਸ਼ਬਦ ਦੇ ਵਿੱਚ ਭਾਈ ਗੁਰਦਾਸ ਜੀ ਦੀ ਵਾਰ ਦੇ ਵਿੱਚ ਅਸੀਂ ਸਾਰੇ ਸਰਵਣ ਸ਼ਬਦ ਸਰਵਣ ਕਰ ਰਹੇ ਹਾਂ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਫਕੀਰ ਜਿਹੜਾ ਕਿ ਧਿਆਨ ਦੇ ਵਿੱਚ, ਬੰਦਗੀ ਦੇ ਵਿੱਚ ਲੀਨ ਹੋ ਕੇ ਕੀ ਵੇਖਦਾ ਹੈ, ਕੋਈ ਐਸਾ ਪੀਰ, ਐਸਾ ਪੈਗੰਬਰ ਇਸ ਧਰਤੀ ਦੇ ਉੱਤੇ ਆ ਰਿਹਾ ਹੈ। ਆਪਣੇ ਦਸਤਗੀਰ ਨੂੰ ਕਹਿੰਦਾ ਹੈ, ਆਪਣੇ ਸੇਵਕ ਨੂੰ ਕਹਿੰਦਾ ਹੈ ਕਿ ਜਾ ਕੇ ਨਗਰ ਦੇ ਮੋੜ ਤੇ ਵੇਖ ਕੇ ਆ, ਕੋਈ ਐਸਾ ਪੀਰ, ਐਸਾ ਪੈਗੰਬਰ ਆ ਰਿਹਾ ਹੈ ਜਿਹੜਾ ਇੱਕ ਧਰਮ ਦਾ ਨਹੀਂ, ਸਾਰੇ ਧਰਮਾਂ ਦਾ ਇੱਕ ਗੁਰੂ ਹੈ, ਇੱਕ ਪੀਰ ਹੈ। ਸਤਿਗੁਰੂ ਬਗਦਾਦ ਦੀ ਧਰਤੀ ਤੇ ਪਹੁੰਚੇ। ਜਦੋਂ ਸਤਿਗੁਰੂ ਬਗਦਾਦ ਦੀ ਧਰਤੀ ਤੇ ਪਹੁੰਚ ਰਹੇ ਨੇ ਕਿ ਉਸ ਧਰਤੀ ਤੇ
ਕਿਸੇ ਵੀ ਪੀਰ ਪੈਗੰਬਰ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ ਹੁੰਦੀ, ਕਿਉਂਕਿ ਏਸ਼ੀਆ ਦਾ ਸਭ ਤੋਂ ਵੱਡਾ ਵਿਦਿਆ ਦਾ ਕੇਂਦਰ ਮੰਨਿਆ ਜਾਂਦਾ ਸੀ। ਉਹ ਕਹਿੰਦੇ ਸਨ ਕਿ ਸਾਡੇ ਕੋਲ ਗਿਆਨ ਬਹੁਤ ਹੈ, ਸਾਨੂੰ ਤੁਹਾਡੇ ਗਿਆਨ ਦੀ, ਤੁਹਾਡੀ ਸਮਝ ਦੀ ਲੋੜ ਨਹੀਂ। ਅਹੰਕਾਰ ਦੇ ਵਿੱਚ ਆ ਕੇ ਆਪਣੇ ਗਿਆਨ ਨੂੰ ਵੱਡਾ ਮੰਨਦੇ ਸਨ। ਰਮਜ ਦੇ ਵਿੱਚ ਸਵਾਲ ਰੱਖਿਆ, ਨਗਰ ਦੇ ਮੋੜ ਦੇ ਉੱਤੇ ਜੁੱਤੀ ਦਾ ਮੂੰਹ ਪੁੱਠਾ ਕਰਕੇ ਰੱਖ ਦਿੱਤਾ। ਜਦੋਂ ਗੁਰੂ ਨਾਨਕ ਸਾਹਿਬ ਨਗਰ ਪਹੁੰਚੇ, ਬਗਦਾਦ ਦੀ ਧਰਤੀ ਤੇ ਪਹੁੰਚੇ, ਤੇ ਕੀ ਵੇਖਦੇ ਨੇ? ਜੁੱਤੀ ਦਾ ਮੂੰਹ ਪੁੱਠੇ ਪਾਸੇ ਕਰਕੇ ਰੱਖਿਆ ਹੈ ਕਿ ਸਾਨੂੰ ਤੁਹਾਡੇ ਗਿਆਨ ਦੀ ਲੋੜ ਨਹੀਂ, ਤੁਹਾਡੇ ਨਾਲ ਵਿਚਾਰ ਕਰਨ ਦੀ ਲੋੜ ਨਹੀਂ, ਤੁਸੀਂ ਪੁੱਠੇ ਪੈਰ ਇੱਥੋਂ ਵਾਪਸ ਮੁੜ ਜਾਓ। ਸਤਿਗੁਰੂ ਗੁਰੂ ਨਾਨਕ ਨੇ ਬੜੀ ਰਮਜ ਦੇ ਵਿੱਚ ਸਵਾਲ ਦਾ ਜਵਾਬ ਦਿੱਤਾ। ਦਸਤਗੀਰ ਬੜਾ ਖੁਸ਼ ਹੋਇਆ, ਜਾ ਕੇ ਫਕੀਰ ਨੂੰ ਦੱਸਦਾ ਹੈ ਕਿ ਕੋਈ ਐਸਾ ਪੀਰ ਹੈ ਜਿਹੜਾ ਕਿ ਸੱਚੀ ਇੱਕ ਉਸ ਗੁਰੂ ਦੀ ਅਕਾਲ ਪੁਰਖ ਦੀ ਜੋਤ ਹੈ। ਦਸਤਗੀਰ ਨੇ ਕਿਹਾ, ਜੇ ਸੱਚੀ ਇਤਨਾ ਹੀ ਮਹਾਨ ਹੈ ਤੇ ਮੈਂ ਕੁਝ ਕੁ ਸਵਾਲ ਕਰਾਂਗਾ, ਜੇ ਮੇਰੇ ਸਵਾਲਾਂ ਦਾ ਜਵਾਬ ਦੇ ਦੇਵੇ ਤੇ ਮੈਂ ਮੰਨ ਲਵਾਂਗਾ ਕਿ ਇਹ ਪੀਰ, ਇਹ ਗੁਰੂ ਸੱਚੀ ਬਹੁਤ ਮਹਾਨ ਹੈ। ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਦੀ ਧਰਤੀ ਤੇ ਪਹੁੰਚੇ, ਉਸ ਪੀਰ ਦੇ ਸਾਹਮਣੇ ਗਏ ਤੇ ਪੀਰ ਨੇ ਸਵਾਲ ਕੀਤਾ। ਪਹਿਲਾ ਸਵਾਲ ਸਤਿਗੁਰੂ ਗੁਰੂ ਨਾਨਕ ਨੂੰ ਪੁੱਛਦਾ ਹੈ, ਕਹਿੰਦੇ ਜਦੋਂ ਇਸ ਧਰਤੀ, ਇਸ ਸੰਸਾਰ ਦੇ ਵਿੱਚ ਕੁਝ ਨਹੀਂ ਸੀ, ਉਸ ਤੋਂ ਪਹਿਲਾਂ ਕੀ ਸੀ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਪੀਰ ਜੀ ਤੁਹਾਡੇ ਕੁਝ ਮੋਹਰਾਂ ਹੈ ਨੇ। ਕੁਝ ਕੁ ਮੋਹਰਾਂ ਲਿਆਂਦੀਆਂ ਤੇ ਮੋਹਰਾਂ ਨੂੰ ਗਿਣਨਾ ਸ਼ੁਰੂ ਕੀਤਾ, 1 2 3 4 5। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਪੀਰ ਜੀ ਤੁਸੀਂ ਗਿਣਤੀ ਗਲਤ ਕਰ ਰਹੇ ਹੋ, ਮੋਹਰਾਂ ਦੀ ਗਿਣਤੀ ਗਲਤ ਕਰ ਰਹੇ ਹੋ। ਦਸਤਗੀਰ ਆਪਣੇ ਪੀਰ ਨੂੰ ਕਹਿੰਦੇ ਕਿ ਫਿਰ ਤੋਂ ਗਿਣਤੀ ਕੀਤੀ ਜਾਵੇ। ਦੁਬਾਰਾ ਗਿਣਤੀ ਹੋਈ, 1 2 3 4 5 ਗਿਣਤੀ ਹੋਈ। ਫਿਰ ਗੁਰੂ ਨਾਨਕ ਸਾਹਿਬ ਨੇ ਟੋਕਤਾ, ਕਹਿੰਦੇ ਨਹੀਂ ਤੁਸੀਂ ਗਲਤ ਗਿਣਤੀ ਕਰ ਰਹੇ ਹੋ। ਤੇ ਦਸਤਗੀਰ ਹੱਸ ਕੇ ਕਹਿਣ ਲੱਗਾ, ਜੇ ਮੈਂ ਗਲਤ ਕਰ ਰਿਹਾ ਤੇ ਤੁਸੀਂ ਦੱਸ ਦਿਓ ਕਿ ਸਹੀ ਕੀ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਤੁਸੀਂ 1 2 3 4 ਤੇ ਪੜ ਰਹੇ ਹੋ, ਪਰ 1 ਤੋਂ ਪਹਿਲਾਂ ਕਿਹੜੀ ਗਿਣਤੀ ਆਉਂਦੀ ਹੈ ਉਹਦਾ ਤੇ ਤੁਸੀਂ ਜ਼ਿਕਰ ਹੀ ਨਹੀਂ ਕਰ ਰਹੇ। ਤੇ ਕਹਿੰਦੇ 1 ਤੋਂ ਪਹਿਲਾਂ 0 0 ਆਉਂਦਾ ਹੈ। ਤੇ ਪਾਤਸ਼ਾਹ ਨੇ ਬੜੀ ਰਮਜ ਦੇ ਵਿੱਚ ਸਵਾਲ ਦਾ ਜਵਾਬ ਦਿੱਤਾ। ਕਹਿੰਦੇ ਤੁਸੀਂ ਮੈਨੂੰ ਸਵਾਲ ਕੀਤਾ, ਰੱਬ ਹੈ? ਤੇ ਮੈਂ ਕਿਹਾ ਹਾਂ ਹੈ। ਤੇ ਤੁਸੀਂ ਕਿਹਾ ਕਿ ਰੱਬ ਜਦੋਂ ਨਹੀਂ ਸੀ, ਉਸ ਤੋਂ ਪਹਿਲਾਂ ਇਸ ਦੁਨੀਆ ਤੇ, ਇਸ ਸੰਸਾਰ ਤੇ ਕੀ ਸੀ? ਤੇ ਪਾਤਸ਼ਾਹ ਨੇ ਬੜੀ ਰਮਜ ਦੇ ਵਿੱਚ ਉਸ ਸਵਾਲ ਦਾ ਜਵਾਬ ਦੇ ਦਿੱਤਾ। ਕਹਿੰਦੇ ਜਿਵੇਂ 1 ਤੋਂ ਪਹਿਲਾਂ 0 0 ਆਉਂਦਾ ਹੈ, ਇਹ ਧਰਤੀ, ਇਹ ਆਕਾਸ਼, ਇਹ ਸੰਸਾਰ ਸਾਰਾ ਉਸ ਅਕਾਲ ਪੁਰਖ ਦੀ ਜੋਤ, ਉਸ ਅਕਾਲ ਪੁਰਖ ਦਾ ਰੂਪ ਹੈ। ਇਸ ਕਰਕੇ ਹਰ ਥਾਂ, ਹਰ ਵੇਲੇ ਉਹ ਪਰਮਾਤਮਾ ਇਸ ਸੰਸਾਰ ਦੇ ਵਿੱਚ ਹੈ। ਪਹਿਲਾ ਸਵਾਲ ਪੂਰਾ ਹੋਇਆ। ਦੂਸਰਾ ਸਵਾਲ ਰੱਖ ਦਿੱਤਾ। ਕਹਿੰਦਾ ਮੰਨ ਲੈਣਾ ਹੈ ਕਿ ਰੱਬ ਹੈ। ਕਹਿੰਦਾ ਜੇਕਰ ਰੱਬ ਹੈ ਤੇ ਰੱਬ ਸਾਨੂੰ ਨਜ਼ਰ ਕਿਉਂ ਨਹੀਂ ਆ ਰਿਹਾ? ਪਾਤਸ਼ਾਹ ਕਹਿੰਦੇ ਨੇ, ਪੀਰ ਜੀ ਤੁਹਾਡੇ ਕੋਲ ਦੁੱਧ ਹੈ, ਇੱਕ ਕਟੋਰੇ ਦੇ ਵਿੱਚ ਦੁੱਧ ਲੈ ਕੇ ਆਓ। ਕਟੋਰੇ ਦੇ ਵਿੱਚ ਦੁੱਧ ਲਿਆਂਦਾ ਗਿਆ। ਪਾਤਸ਼ਾਹ ਕਹਿੰਦੇ ਨੇ, ਪੀਰ ਜੀ ਦੁੱਧ ਦੇ ਵਿੱਚ ਕੁਝ ਹੈ। ਪੀਰ ਕਹਿੰਦੇ ਆਪਣੇ ਦਸਤਗੀਰ ਨੂੰ, ਆਪਣੇ ਸੇਵਕ ਨੂੰ, ਕੀ ਗੱਲ ਭਾਈ ਦੁੱਧ ਸਾਫ਼ ਨਹੀਂ ਲੈ ਕੇ ਆਂਦਾ? ਦੁੱਧ ਦੂਸਰੇ ਕਟੋਰੇ ਦੇ ਵਿੱਚ ਫਿਰ ਲੈ ਕੇ ਆਏ ਤੇ ਵੇਖਿਆ ਗੁਰੂ ਨਾਨਕ ਪਾਤਸ਼ਾਹ ਫਿਰ ਕਹਿਣ ਲੱਗੇ ਕਿ ਦੁੱਧ ਦੇ ਵਿੱਚ ਕੁਝ ਹੈ। ਪੀਰ ਫਿਰ ਆਪਣੇ ਸੇਵਕ ਨੂੰ ਵੇਖਦਾ ਹੈ ਤੇ ਕਹਿੰਦਾ, ਕੀ ਗੱਲ ਦੁੱਧ ਸਾਫ਼ ਨਹੀਂ ਲੈ ਕੇ ਆਂਦਾ?
ਪੀਰ ਜੀ ਆਖ ਰਹੇ ਨੇ ਕਿ ਦੁੱਧ ਦੇ ਵਿੱਚ ਕੁਝ ਹੈ। ਕਹਿੰਦਾ ਨਹੀਂ ਪੀਰ ਜੀ, ਮੈਂ ਤੇ ਦੁੱਧ ਸਾਫ਼ ਲੈ ਕੇ ਆਇਆ। ਤੇ ਕਹਿੰਦੇ ਜੇਕਰ ਦੁੱਧ ਸਾਫ਼ ਲੈ ਕੇ ਆਇਆ ਤੇ ਸਾਨੂੰ ਛਾਣ ਕੇ ਵਿਖਾ ਕਿ ਸੱਚੀ ਦੁੱਧ ਦੇ ਵਿੱਚ ਕੁਝ ਹੈ। ਜਦੋਂ ਦੁੱਧ ਨੂੰ ਛਾਣਿਆ ਤੇ ਦੁੱਧ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ। ਪੀਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਖਿਆ, ਤੁਸੀਂ ਆਖਦੇ ਸੀ ਦੁੱਧ ਦੇ ਵਿੱਚ ਕੁਝ ਹੈ, ਪਰ ਦੁੱਧ ਦੇ ਵਿੱਚ ਤੇ ਕੁਝ ਵੀ ਨਹੀਂ। ਫਿਰ ਪਾਤਸ਼ਾਹ ਹੱਸ ਕੇ ਮੁਸਕਰਾ ਕੇ ਕਹਿੰਦੇ ਨੇ, ਦੁੱਧ ਦੇ ਵਿੱਚ ਹਜੇ ਵੀ ਕੁਝ ਹੈ। ਮਨ ਦੇ ਵਿੱਚ ਕ੍ਰੋਧ ਆਇਆ, ਉੱਚੀ ਆਵਾਜ਼ ਦੇ ਵਿੱਚ ਕਹਿਣ ਲੱਗਾ ਕਿ ਦੁੱਧ ਦੇ ਵਿੱਚ ਤੇ ਕੁਝ ਵੀ ਨਹੀਂ, ਤੁਸੀਂ ਆਖੀ ਜਾਂਦੇ ਦੁੱਧ ਦੇ ਵਿੱਚ ਕੁਝ ਹੈ। ਪਾਤਸ਼ਾਹ ਕਹਿੰਦੇ ਨੇ ਦੁੱਧ ਦੇ ਵਿੱਚ ਮੱਖਣ ਹੈ। ਕਹਿੰਦੇ ਹਾਂ ਜੀ ਮੱਖਣ ਹੈ, ਪਰ ਉਸ ਮੱਖਣ ਨੂੰ ਕੱਢਣ ਵਾਸਤੇ ਉਸ ਅਕਾਲ ਪੁਰਖ ਦੀ ਬੰਦਗੀ ਕਰਨੀ ਪੈਂਦੀ ਹੈ। ਜਿਵੇਂ ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਰੱਬ ਨੂੰ ਵੇਖਣ ਵਾਸਤੇ ਬੰਦਗੀ ਕਰਨੀ ਪੈਂਦੀ ਹੈ, ਉਸੇ ਤਰੀਕੇ ਦੇ ਨਾਲ ਦੁੱਧ ਦੇ ਵਿੱਚੋਂ ਮੱਖਣ ਲੱਭਣ ਵਾਸਤੇ ਉਹ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ। ਰੱਬ ਬੰਦੇ ਦੀ ਜਾਤ ਇੱਕੋ, ਰੱਬ ਬੰਦੇ ਦੀ ਜਾਤ ਇੱਕੋ, ਜਿਵੇਂ ਕੱਪੜੇ ਦੇ ਵਿੱਚ ਰੂਹ, ਕੱਪੜੇ ਦੇ ਵਿੱਚ ਰੂਹ ਹੈ ਲੁਕਿਆ, ਐਦਾਂ ਵਿੱਚ ਬੰਦੇ ਦੇ ਤੂੰ। ਤੀਸਰਾ ਸਵਾਲ ਕੀਤਾ, ਕਿਤੇ ਮੰਨ ਲੈਂਦੇ ਇਸ ਦੁਨੀਆ ਦੇ ਵਿੱਚ ਰੱਬ ਹੈ, ਤੇ ਜੇਕਰ ਰੱਬ ਹੈ ਤੇ ਉਹ ਕਰ ਕੀ ਸਕਦਾ ਹੈ? ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਕਹਿੰਦੇ ਪੀਰ ਜੀ ਤੁਸੀਂ ਉੱਚੀ ਥਾਂ ਤੇ ਬਹਿ ਕੇ ਮੈਨੂੰ ਸਵਾਲ ਕਰ ਰਹੇ ਹੋ ਤੇ ਮੈਂ ਨੀਵੀਂ ਥਾਂ ਤੇ ਬਹਿ ਕੇ ਆਪ ਜੀ ਨੂੰ ਜਵਾਬ ਦੇ ਰਿਹਾ। ਤੁਹਾਨੂੰ ਇੰਜ ਨਹੀਂ ਲੱਗਦਾ ਕਿ ਤੁਸੀਂ ਮੈਨੂੰ ਉੱਚੀ ਥਾਂ ਤੇ ਬਿਠਾ ਕੇ ਜਵਾਬ ਪੁੱਛੋ? ਅਸਲ ਦੇ ਵਿੱਚ ਸਵਾਲ ਦਾ ਜਵਾਬ ਦੇਣ ਵਾਲਾ ਵੱਡਾ ਮੰਨਿਆ ਜਾਂਦਾ ਹੈ। ਪੀਰ ਨੇ ਆਪਣੀ ਜਗ੍ਹਾ ਛੱਡ ਕੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਉੱਚੀ ਥਾਂ ਤੇ ਬਿਠਾ ਦਿੱਤਾ ਤੇ ਆਪ ਨੀਵੀਂ ਥਾਂ ਤੇ ਬਹਿ ਕੇ ਪੁੱਛਣ ਲੱਗਾ, ਪਾਤਸ਼ਾਹ ਹੁਣ ਦੱਸੋ, ਤੁਸੀਂ ਮੈਨੂੰ ਮੇਰੇ ਸਵਾਲ ਦਾ ਜਵਾਬ ਦੇ ਦਿਓ, ਜੇ ਰੱਬ ਹੈ ਤੇ ਉਹ ਕੀ ਕਰ ਸਕਦਾ ਹੈ? ਨਾਨਕ ਪਾਤਸ਼ਾਹ ਹੱਸ ਕੇ ਮੁਸਕਰਾ ਕੇ ਕਹਿੰਦੇ, ਤੈਨੂੰ ਹਜੇ ਵੀ ਸਮਝ ਨਹੀਂ ਆਈ? ਪਾਤਸ਼ਾਹ ਉਹ ਰੱਬ, ਉਹ ਮਾਲਕ, ਉਹ ਅਕਾਲ ਪੁਰਖ ਰਾਜੇ ਨੂੰ ਰੰਕ ਬਣਾ ਸਕਦਾ ਹੈ ਤੇ ਰਾਜੇ ਨੂੰ ਰੰਕ ਬਣਾ ਸਕਦਾ ਹੈ ਤੇ ਰੰਕ ਨੂੰ ਰਾਜਾ ਬਣਾ ਸਕਦਾ ਹੈ। ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਐਸਾ ਸਤਿਗੁਰ, ਐਸਾ ਮਾਲਕ, ਉਹਦਾ ਅੱਜ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਇਹ ਤਿੰਨ ਸਵਾਲ ਬਗਦਾਦ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਉੱਥੋਂ ਦੇ ਪੀਰ ਨੇ ਪੁੱਛੇ। ਸੋ ਸਮਾਂ ਸਮਾਪਤ ਹੈ, ਇਹ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਓ ਸਮਾਪਤੀ ਕਰੀਏ ਜੀ। ਪੁੱਛਿਆ ਪੀਰ ਕੈ ਦਸਤਗੀਰ, ਕੌਣ ਫਕੀਰ ਕਿਸਕਾ ਕਰਹਾਨਾ, ਕੌਣ ਫਕੀਰ ਕਿਸਕਾ ਕਰਹਾਨਾ। ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਕੋ ਪਹਿਚਾਨਾ, ਰੱਬ ਫਕੀਰ ਕੋ ਪਹਿਚਾਨਾ। ਧਰਤੀ ਆਕਾਸ਼ ਚਹੂੰ ਦਿਸ ਜਾਨਾ, ਧਰਤੀ ਆਕਾਸ਼ ਚਹੂੰ ਦਿਸ ਜਾਨਾ। ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਹਾਂ ਦੂਜਾ ਰਬਾਬੀ ਮਰਦਾਨਾ, ਹਾਂ ਦੂਜਾ ਰਬਾਬੀ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ
ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਐਸਾ ਗੁਰੂ, ਐਸਾ ਸਤਿਗੁਰੂ। ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈਆਂ। ਮਹਾਂਪੁਰਸ਼ਾਂ ਵੱਲੋਂ ਹੁਕਮ ਹੋਇਆ ਸੀ, ਉਹਨਾਂ ਦੇ ਹੁਕਮ ਅਨੁਸਾਰ ਜਿਤਨਕ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਸਾਰਿਆਂ ਨੇ ਲਾਹਾ ਸਤਿਗੁਰ ਦੀ ਗੁਰਬਾਣੀ ਦਾ ਲਿਆ। ਸੋ ਆਓ ਹੁਣ ਅਗਲਾ ਜਥਾ ਆਪ ਜੀ ਨੂੰ ਇਸੇ ਤਰੀਕੇ ਦੇ ਨਾਲ ਸਤਿਗੁਰ ਦੇ ਆਨੰਦਮਈ ਕੀਰਤਨ ਦੇ ਨਾਲ ਨਿਹਾਲ ਕਰਨਗੇ। ਸਾਰੇ ਬੜੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਇਸੇ ਤਰ੍ਹਾਂ ਸਤਿਗੁਰ ਦੀ ਪਾਵਨ ਹਜ਼ੂਰੀ ਅੰਦਰ ਸਤਿਗੁਰਾਂ ਦੀ ਗੁਰਬਾਣੀ ਦਾ ਲਾਹਾ ਲਈਏ। ਆਓ ਸਾਰੇ ਪਿਆਰ ਵਿੱਚ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।